ਰਾਹੁਲ ਪਾਪਾ ਦੇ ਪੁਰਾਣੇ ਨੌਕਰ ਦਾ ਮੁੰਡਾ ਸੀ। ਜਦ ਰਾਹੁਲ 12 ਸਾਲ ਦਾ ਸੀ ਤਾਂ ਉਸਦੇ ਮਾਂ-ਬਾਪ ਘਰ ਦੀ ਛੱਤ ਦੇ ਮਲਬੇ ਥੱਲੇ ਦਬ ਕੇ ਮਰ ਗਏ ਸਨ। ਰਾਹੁਲ ਘਰ ਤੋਂ ਬਾਹਰ ਖੇਲ ਰਿਹਾ ਸੀ, ਇਸ ਲਈ ਜਿਉਂਦਾ ਬਚ ਗਿਆ। ਮੇਰੇ ਪਾਪਾ ਰਾਹੁਲ ਨੂੰ ਆਪਣੇ ਘਰ ਲੈ ਆਏ ਅਤੇ ਉਸਦਾ ਪਾਲਣ ਪੋਸ਼ਣ ਕੀਤਾ। ਰਾਹੁਲ ਸਿਰਫ 9ਵੀਂ ਕਲਾਸ ਤੱਕ ਹੀ ਪੜ੍ਹਿਆ। ਘਰ ਦੇ ਨੇੜੇ ਹੀ ਪਾਪਾ ਦਾ ਗੋਦਾਮ ਸੀ, ਜਿੱਥੇ ਉਹ ਦੁਕਾਨ ਦਾ ਮਾਲ ਸਟਾਕ ਕਰਕੇ ਰੱਖਦੇ ਸਨ। ਰਾਹੁਲ ਨੂੰ ਗੋਦਾਮ ਵਿੱਚ ਰਹਿਣ ਲਈ ਥਾਂ ਦੇ ਦਿੱਤੀ ਗਈ। ਉਹ ਰਹਿੰਦਾ ਉੱਥੇ ਸੀ ਅਤੇ ਖਾਣਾ ਸਾਡੇ ਘਰ ਖਾਂਦਾ ਸੀ। ਗੋਦਾਮ ਦੀ ਸਫਾਈ ਅਤੇ ਰਖਵਾਲੀ ਤੋਂ ਇਲਾਵਾ ਘਰ ਦਾ ਸੌਦਾ ਲਿਆਉਣਾ ਵੀ ਉਸ ਦੀ ਜ਼ਿੰਮੇਵਾਰੀ ਸੀ। ਸਮਾਂ ਗੁਜ਼ਰਦਾ ਗਿਆ ਅਤੇ ਰਾਹੁਲ ਜਵਾਨ ਹੋ ਗਿਆ। ਉਹ ਸੋਹਣੀ ਕੱਦ-ਕਾਠੀ ਦਾ ਮਾਲਕ ਸੀ। ਪਾਪਾ ਨੂੰ ਇੱਕ ਹੈਲਪਰ ਦੀ ਜ਼ਰੂਰਤ ਸੀ ਅਤੇ ਰਾਹੁਲ ਦਾ ਵੀ ਕੋਈ ਨਹੀਂ ਸੀ। ਪੈਰ ਦੀ ਜੁੱਤੀ ਨੂੰ ਕੋਈ ਸਿਰ 'ਤੇ ਨਹੀਂ ਰੱਖਦਾ, ਇਹ ਮੇਰੀ ਮੰਮੀ ਕਹਿੰਦੀ ਹੁੰਦੀ ਸੀ। ਉਹ ਨੌਕਰ ਦਾ ਮੁੰਡਾ ਸੀ ਅਤੇ ਉਸਨੇ ਨੌਕਰ ਹੀ ਰਹਿਣਾ ਸੀ। ਮਾਂ ਰਾਹੁਲ ਤੋਂ ਹਮੇਸ਼ਾ ਦੂਰ ਹੀ ਰਹਿੰਦੀ ਸੀ ਅਤੇ ਸਾਨੂੰ ਵੀ ਉਸ ਤੋਂ ਦੂਰ ਰਹਿਣ ਲਈ ਕਹਿੰਦੀ ਸੀ। ਮੇਰੇ ਘਰ ਵਿੱਚ ਜਵਾਨ ਕੁੜੀਆਂ ਹਨ। ਗੈਰ ਮੁੰਡੇ ਨੂੰ ਦਰਵਾਜ਼ੇ ਤੋਂ ਬਾਹਰ ਹੀ ਰੱਖੂੰਗੀ। ਉਸਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਦੇਣਾ ਗਲਤ ਹੋਵੇਗਾ। ਮੰਮੀ ਨੇ ਪਾਪਾ ਨੂੰ ਵੀ ਕਹਿ ਦਿੱਤਾ ਸੀ ਕਿ ਹੁਣ ਇਹ ਘਰ ਦੇ ਅੰਦਰ ਨਹੀਂ ਆਏਗਾ। ਜੋ ਵੀ ਕੰਮ ਹੋਵੇਗਾ ਉਸਨੂੰ ਬਾਹਰ ਤੋਂ ਹੀ ਦੱਸ ਦੇਵਾਂਗੇ ਅਤੇ ਰੋਟੀ ਵੀ ਬਾਹਰ ਹੀ ਰੱਖ ਦਿਆ ਕਰਾਂਗੇ। ਆਪਣੇ ਆਪ ਚੁੱਕ ਲਵੇਗਾ ਅਤੇ ਖਾਣਾ ਖਾ ਕੇ ਭਾਂਡੇ ਵੀ ਬਾਹਰ ਰੱਖ ਦਿਆ ਕਰੇ। ਅਸੀਂ ਆਪੇ ਚੁੱਕ ਲਿਆ ਕਰਾਂਗੇ। ਪਾਪਾ ਰਾਹੁਲ ਨੂੰ ਬਹੁਤ ਪਿਆਰ ਕਰਦੇ ਸੀ, ਪਰ ਮੰਮੀ ਦੀ ਗੱਲ ਵੀ ਮੰਨਣੀ ਜ਼ਰੂਰੀ ਸੀ। ਜਿਵੇਂ ਮੰਮੀ ਨੇ ਕਿਹਾ, ਪਾਪਾ ਨੇ ਉਵੇਂ ਹੀ ਕੀਤਾ। ਕਦੇ-ਕਦੇ ਸਾਨੂੰ ਉਸ ਮੁੰਡੇ ਦੀ ਜ਼ਰੂਰਤ ਪੈ ਜਾਂਦੀ ਸੀ। ਜਦ ਕਦੇ ਭਾਰੀ ਸਮਾਨ ਇੱਧਰ-ਉੱਧਰ ਕਰਨਾ ਹੁੰਦਾ, ਛੱਤ ਦੇ ਜਾਲੇ ਸਾਫ਼ ਕਰਵਾਉਣੇ ਹੁੰਦੇ ਜਾਂ ਫਿਰ ਕੋਈ ਸਵਿੱਚ ਵਗੈਰਾ ਠੀਕ ਕਰਵਾਉਣਾ ਹੁੰਦਾ, ਮਾਂ ਰਾਹੁਲ ਨੂੰ ਘਰ ਦੇ ਅੰਦਰ ਬੁਲਾ ਲੈਂਦੀ, ਪਰ ਦੀਦੀ ਨੂੰ ਮਨਾ ਕਰ ਦਿੰਦੀ ਕਿ ਤੂੰ ਉਸ ਮੁੰਡੇ ਨਾਲ ਜ਼ਿਆਦਾ ਗੱਲ ਨਹੀਂ ਕਰਨੀ। ਦੀਦੀ ਵੀ ਬੜੀ ਚਲਾਕ ਸੀ। ਮਾਂ ਦਾ ਧਿਆਨ ਹਟਦੇ ਹੀ ਉਹ ਰਾਹੁਲ ਨਾਲ ਗੱਲਾਂ ਕਰਨ ਲੱਗਦੀ। ਉਹ ਮੰਮੀ ਦੀ ਗੱਲ ਨਾ ਮੰਨਦੀ। ਮੰਮੀ ਨੂੰ ਗੁੱਸਾ ਆ ਜਾਂਦਾ ਸੀ ਅਤੇ ਉਹ ਦੀਦੀ ਨੂੰ ਸਮਝਾਉਂਦੀ, ਪਰਾਏ ਮੁੰਡੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਹੁੰਦੇ, ਤੂੰ ਉਸ ਤੋਂ ਦੂਰ ਰਿਹਾ ਕਰ। ਦੀਦੀ ਐਮਏ ਕਰ ਰਹੀ ਸੀ। ਮੰਮੀ ਬਿਮਾਰ ਹੋ ਗਏ ਅਤੇ ਇਹ ਬਿਮਾਰੀ ਜਾਨਲੇਵਾ ਸਾਬਿਤ ਹੋਈ। ਬਲੱਡ ਪ੍ਰੈਸ਼ਰ ਦੇ ਕਾਰਨ ਮੰਮੀ ਦੇ ਗੁਰਦੇ ਖਰਾਬ ਹੋ ਗਏ ਅਤੇ ਉਹ ਕੁਝ ਦਿਨ ਬਿਮਾਰ ਰਹਿ ਕੇ ਸਾਨੂੰ ਛੱਡ ਕੇ ਚਲੇ ਗਏ। ਸਾਡਾ ਇਹ ਸਦਮਾ ਛੋਟਾ ਨਹੀਂ ਸੀ। ਮੈਂ ਉਦੋਂ 6ਵੀਂ ਕਲਾਸ ਵਿੱਚ ਪੜ੍ਹਦੀ ਸੀ। ਮੰਮੀ ਦੀ ਕਮੀ ਦੀਦੀ ਪੂਰੀ ਕਰਨ ਦੀ ਕੋਸ਼ਿਸ਼ ਕਰਦੀ। ਉਹ ਬਹੁਤ ਸਮਝਦਾਰ ਸੀ। ਉਹ ਮੈਨੂੰ ਬਹੁਤ ਪਿਆਰ ਕਰਦੀ ਸੀ। ਐਮਏ ਦੇ ਪੇਪਰ ਦੇਣ ਤੋਂ ਬਾਅਦ ਦੀਦੀ ਘਰ ਬੈਠ ਗਏ। ਛੋਟੀ ਭੈਣ ਨੂੰ ਸੰਭਾਲਣ ਦੇ ਖਾਤਰ ਦੀਦੀ ਨੇ ਕੁਰਬਾਨੀ ਦਿੱਤੀ। ਮੈਂ ਵੀ ਉਹਨਾਂ 'ਤੇ ਜਾਨ ਛਿੜਕਦੀ ਸੀ। ਉਹ ਪਾਪਾ ਅਤੇ ਮੇਰੇ ਲਈ ਖਾਣਾ ਬਣਾਉਂਦੀ, ਸਾਡੇ ਕੱਪੜੇ ਧੋ ਕੇ ਪ੍ਰੈਸ ਕਰਦੀ ਅਤੇ ਮੈਨੂੰ ਤਿਆਰ ਕਰਕੇ ਸਕੂਲ ਭੇਜਦੀ। ਪਾਪਾ ਦੀ ਵੀ ਬਹੁਤ ਸੇਵਾ ਕਰਦੀ। ਮਾਂ ਦੀ ਕਮੀ ਦੀਦੀ ਦੇ ਪਿਆਰ ਨੇ ਪੂਰੀ ਕਰ ਦਿੱਤੀ ਸੀ। 9ਵੀਂ ਕਲਾਸ ਵਿੱਚ ਹੋਈ ਤਾਂ ਕੁਝ ਹੋਸ਼ ਸੰਭਾਲਿਆ ਤਾਂ ਆਪਣੀ ਭੈਣ ਨੂੰ ਕਿਸੇ ਹੋਰ ਖੇਲ ਵਿੱਚ ਉਲਝੇ ਪਾਇਆ। ਪਾਪਾ ਸਵੇਰੇ ਕੰਮ 'ਤੇ ਚਲੇ ਜਾਂਦੇ ਅਤੇ ਰਾਤ ਨੂੰ ਘਰ ਆਉਂਦੇ। ਮੈਂ ਵੀ ਸਕੂਲ ਜਾਂਦੀ ਸੀ। ਦੀਦੀ ਘਰ ਵਿੱਚ ਇਕੱਲੀ ਰਹਿ ਜਾਂਦੀ ਤਾਂ ਉਹ ਛੱਤ ਤੋਂ ਗੋਦਾਮ ਵਿੱਚ ਝਾਕ ਕੇ ਰਾਹੁਲ ਨੂੰ ਘਰ ਦੇ ਅੰਦਰ ਬੁਲਾ ਲੈਂਦੀ, ਕਦੇ ਕਿਸੇ ਕੰਮ ਤੋਂ, ਕਦੇ ਕਿਸੇ ਕੰਮ ਤੋਂ। ਫਿਰ ਇਕੱਲੇਪਣ ਦੀ ਉਹਨਾਂ ਮੁਲਾਕਾਤਾਂ ਨੇ ਇੱਕ ਨਵੇਂ ਨਾਟਕ ਦਾ ਰੂਪ ਧਾਰਨ ਕਰ ਲਿਆ। ਕਦੇ-ਕਦੇ ਮੈਂ ਸਕੂਲ ਤੋਂ ਜਲਦੀ ਘਰ ਆ ਜਾਂਦੀ ਤਾਂ ਰਾਹੁਲ ਨੂੰ ਘਰ ਦੇ ਅੰਦਰ ਦੇਖਦੀ। ਮੈਂ ਸ਼ੁਰੂ ਵਿੱਚ ਜ਼ਿਆਦਾ ਧਿਆਨ ਨਾ ਦਿੱਤਾ, ਪਰ ਹੌਲੀ-ਹੌਲੀ ਮੇਰੇ ਦਿਲ ਵਿੱਚ ਤਰ੍ਹਾਂ-ਤਰ੍ਹਾਂ ਦੇ ਸਵਾਲ ਉੱਠਣ ਲੱਗੇ ਕਿ ਇਹ ਰੋਜ਼ ਸਾਡੇ ਘਰ ਕਿਉਂ ਆਉਂਦਾ ਹੈ, ਜਦੋਂ ਕਿ ਮੰਮੀ ਹਮੇਸ਼ਾ ਦੀਦੀ ਨੂੰ ਮਨਾ ਕਰਦੀ ਸੀ ਕਿ ਰਾਹੁਲ ਦੇ ਸਾਹਮਣੇ ਨਾ ਜਾਇਆ ਕਰ ਅਤੇ ਉਸ ਨਾਲ ਜ਼ਿਆਦਾ ਗੱਲਬਾਤ ਨਾ ਕਰਿਆ ਕਰ। ਰਾਹੁਲ ਦਾ ਇਸ ਤਰ੍ਹਾਂ ਹਰ ਸਮੇਂ ਘਰ ਵਿੱਚ ਮੌਜੂਦ ਰਹਿਣਾ ਮੈਨੂੰ ਚੰਗਾ ਨਹੀਂ ਲੱਗਦਾ ਸੀ। ਕਦੇ-ਕਦੇ ਤਾਂ ਅਜਿਹਾ ਹੁੰਦਾ ਕਿ ਜਦੋਂ ਮੈਂ ਸਕੂਲ ਤੋਂ ਵਾਪਸ ਆਉਂਦੀ ਤਾਂ ਦੀਦੀ ਅਤੇ ਰਾਹੁਲ ਇੱਕ ਹੀ ਕਮਰੇ ਵਿੱਚ ਬੰਦ ਹੁੰਦੇ। ਦਰਵਾਜ਼ਾ ਖੜਕਾਉਣ ਤੋਂ ਬਾਅਦ ਦੀਦੀ ਬਾਹਰ ਆਉਂਦੀ ਅਤੇ ਕਹਿੰਦੀ, ਮੈਂ ਤਾਂ ਰਾਹੁਲ ਤੋਂ ਕਮਰੇ ਦੇ ਜਾਲੇ ਸਾਫ਼ ਕਰਵਾ ਰਹੀ ਸੀ ਜਾਂ ਸਵਿੱਚ ਠੀਕ ਕਰਵਾ ਰਹੀ ਸੀ। ਉਦੋਂ ਮੈਂ ਨਾ ਸਮਝ ਸੀ, ਇਸ ਲਈ ਕਿਸੇ ਗੱਲ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਸੀ। ਜਿਵੇਂ-ਜਿਵੇਂ ਅਕਲ ਆਉਂਦੀ ਗਈ, ਰਾਹੁਲ ਨੂੰ ਦੀਦੀ ਨਾਲ ਦੇਖ ਕੇ ਮੇਰਾ ਦਮ ਘੁੱਟਣ ਲੱਗਦਾ। ਮੈਨੂੰ ਪਤਾ ਸੀ ਕਿ ਉਹ ਸਾਡਾ ਰਿਸ਼ਤੇਦਾਰ ਨਹੀਂ, ਨੌਕਰ ਹੈ।
ਕਦੇ ਮੰਮੀ ਪਾਪਾ ਨੇ ਉਸ ਨੂੰ ਸਾਡੇ ਵਿੱਚ ਘੁਲਣ ਮਿਲਣ ਨਹੀਂ ਦਿੱਤਾ ਸੀ। ਉਸ ਦੀ ਹੈਸੀਅਤ ਹਮੇਸ਼ਾ ਨੌਕਰ ਦੀ ਹੀ ਰਹੀ ਸੀ। ਮੈਂ ਪਾਪਾ ਕਰਕੇ ਚੁੱਪ ਸੀ ਤਾਂ ਕਿ ਉਹਨਾਂ ਨੂੰ ਦੁੱਖ ਨਾ ਪਹੁੰਚੇ, ਪਰ ਦੀਦੀ ਦੇ ਕਾਰਨਾਮੇ ਦੇਖ ਕੇ ਮੇਰਾ ਦਿਲ ਜਲ ਜਾਂਦਾ ਸੀ। ਪਹਿਲਾਂ ਦੀਦੀ ਮੇਰਾ ਬਹੁਤ ਖਿਆਲ ਰੱਖਦੀ ਸੀ, ਪਰ ਹੁਣ ਰਾਹੁਲ ਕਰਕੇ ਮੈਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨ ਲੱਗੀ ਸੀ। ਜਦੋਂ ਉਹ ਹੁੰਦਾ ਤਾਂ ਉਸ ਦੀ ਹੀ ਸੇਵਾ ਵਿੱਚ ਲੱਗੀ ਰਹਿੰਦੀ, ਉਸ ਨੂੰ ਚੰਗਾ ਖਾਣ ਲਈ ਦਿੰਦੀ ਅਤੇ ਮੈਨੂੰ ਝਿੜਕਦੀ ਰਹਿੰਦੀ ਕਿ ਰੁਕ ਜਾ, ਭੁੱਖ ਨਾਲ ਮਰੀ ਤਾਂ ਨਹੀਂ ਜਾ ਰਹੀ। ਦੀਦੀ ਦੇ ਇਸ ਵਰਤਾਅ ਨੇ ਮੈਨੂੰ ਉਹਨਾਂ ਦੇ ਖਿਲਾਫ ਕਰ ਦਿੱਤਾ। ਜਦ ਮੈਂ 9ਵੀਂ ਕਲਾਸ ਵਿੱਚ ਸੀ, ਮੈਂ ਜ਼ਿਆਦਾ ਉਲਝਣਾਂ ਵਿੱਚ ਰਹਿਣ ਲੱਗੀ ਅਤੇ ਇੱਕ ਦਿਨ ਹਿੰਮਤ ਕਰਕੇ ਦੀਦੀ ਨੂੰ ਕਹਿ ਹੀ ਦਿੱਤਾ ਕਿ ਦੀਦੀ ਦੇਖੋ, ਤੂੰ ਜੋ ਕਰ ਰਹੀ ਹੈ ਉਹ ਠੀਕ ਨਹੀਂ ਹੈ, ਸੁਧਰ ਜਾ, ਨਹੀਂ ਤਾਂ ਮੈਂ ਪਾਪਾ ਨੂੰ ਦੱਸ ਦੇਵਾਂਗੀ। ਇਸ ਨੌਕਰ ਨੂੰ ਤੂੰ ਘਰ ਵਿੱਚ ਨਾ ਬਿਠਾਇਆ ਕਰ ਅਤੇ ਨਾ ਇਸ ਨੂੰ ਰੋਟੀ ਖਵਾਇਆ ਕਰ, ਨਹੀਂ ਤਾਂ ਇਹ ਆਪਣੀ ਔਕਾਤ ਤੋਂ ਬਾਹਰ ਆ ਜਾਵੇਗਾ ਅਤੇ ਸਾਡੇ ਲਈ ਮੁਸੀਬਤ ਬਣ ਜਾਵੇਗਾ। ਦੀਦੀ ਨੇ ਉਸ ਦਿਨ ਮੈਨੂੰ ਬਹੁਤ ਸੁਣਾਇਆ ਕਿ ਅਫਸੋਸ ਹੈ ਤੇਰੀ ਸੋਚ ਤੇ, ਪੜ੍ਹ ਲਿਖ ਕੇ ਵੀ ਅਨਪੜ੍ਹ ਹੀ ਰਹਿ ਗਈ ਹੈ। ਅਮੀਰ ਗਰੀਬ ਸਭ ਹੀ ਇਨਸਾਨ ਹੁੰਦੇ ਹਨ ਅਤੇ ਤੂੰ ਇਹ ਸਭ ਕੁਝ ਮੈਨੂੰ ਸਿਖਾ ਰਹੀ ਹੈ। ਰਾਹੁਲ ਨੌਕਰ ਹੈ ਤਾਂ ਕੀ ਹੋਇਆ, ਹੈ ਤਾਂ ਇੱਕ ਇਨਸਾਨ ਹੀ ਨਾ। ਇੰਨਾ ਭੇਦਭਾਵ ਕਰਨਾ ਚੰਗਾ ਨਹੀਂ ਹੁੰਦਾ। ਮੈਂ ਭੇਦਭਾਵ ਨਹੀਂ ਕਰ ਰਹੀ ਦੀਦੀ, ਬਲਕਿ ਤੁਹਾਨੂੰ ਸਾਵਧਾਨ ਰਹਿਣ ਲਈ ਕਹਿ ਰਹੀ ਹਾਂ। ਪਾਪਾ ਦੀ ਪਿੱਠ ਪਿੱਛੇ ਤੂੰ ਇਸ ਮੁੰਡੇ ਨੂੰ ਘਰ ਦੇ ਅੰਦਰ ਕਿਉਂ ਬਿਠਾਉਂਦੀ ਹੈ, ਜਦ ਕਿ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਮੰਮੀ ਵੀ ਉਸ ਤੋਂ ਦੂਰ ਹੀ ਰਹਿੰਦੀ ਸੀ ਅਤੇ ਉਸ ਨੂੰ ਘਰ ਦੇ ਅੰਦਰ ਨਹੀਂ ਆਉਣ ਦਿੰਦੀ ਸੀ। ਆਪਣਾ ਨਹੀਂ, ਘੱਟ ਤੋਂ ਘੱਟ ਪਾਪਾ ਦਾ ਤਾਂ ਖਿਆਲ ਕਰ। ਜਦ ਪਾਪਾ ਨੂੰ ਇਸ ਗੱਲ ਦਾ ਪਤਾ ਲੱਗੇਗਾ ਤਾਂ ਉਹ ਬਹੁਤ ਗੁੱਸਾ ਹੋਣਗੇ। ਕਦੇ ਨਾ ਕਦੇ ਤਾਂ ਉਹਨਾਂ ਨੂੰ ਇਹ ਗੱਲ ਪਤਾ ਚੱਲ ਹੀ ਜਾਵੇਗੀ। ਦੀਦੀ ਉੱਤੇ ਮੇਰੀ ਗੱਲ ਦਾ ਕੋਈ ਅਸਰ ਨਹੀਂ ਹੋਇਆ। ਮੈਂ ਤਾਂ ਉਂਝ ਵੀ ਮਜਬੂਰ ਸੀ, ਕਿਉਂਕਿ ਮੈਂ ਛੋਟੀ ਸੀ, ਮੈਨੂੰ ਅਤੇ ਘਰ ਨੂੰ ਉਹ ਹੀ ਸੰਭਾਲਦੀ ਸੀ। ਪਰ ਹੁਣ ਜਦੋਂ ਮੈਂ ਬੁਰਾ ਭਲਾ ਸਮਝਣ ਲੱਗੀ ਸੀ ਤਾਂ ਕਿਵੇਂ ਚੁੱਪ ਰਹਿ ਸਕਦੀ ਸੀ। ਮੈਂ ਦੀਦੀ ਨੂੰ ਕਹਿ ਦਿੱਤਾ ਸੀ, ਜੇਕਰ ਤੂੰ ਨਾ ਸੁਧਰੀ ਤਾਂ ਮੈਂ ਪਾਪਾ ਨੂੰ ਸਭ ਕੁਝ ਦੱਸ ਦੇਵਾਂਗੀ, ਫਿਰ ਉਹ ਤੈਨੂੰ ਮਾਰਨ ਜਾਂ ਇਸ ਘਰ ਤੋਂ ਬਾਹਰ ਕੱਢ ਦੇਣ। ਮੈਂ ਇਸ ਦੀ ਜ਼ਿੰਮੇਵਾਰ ਨਹੀਂ ਹੋਵਾਂਗੀ, ਕਿਉਂਕਿ ਹੁਣ ਮੇਰੇ ਤੋਂ ਹੋਰ ਜ਼ਿਆਦਾ ਸਹਿਣ ਨਹੀਂ ਹੋਵੇਗਾ। ਮੇਰੇ ਬਦਲੇ ਹੋਏ ਤੇਵਰ ਦੇਖ ਕੇ ਦੀਦੀ ਆਪੇ ਤੋਂ ਬਾਹਰ ਹੋ ਗਈ। ਉਹ ਜੁੱਤੀ ਚੱਕ ਕੇ ਮੈਨੂੰ ਮਾਰਨ ਲੱਗੀ। ਹੁਣ ਤਾਂ ਮੇਰੇ ਦਿਲ ਵਿੱਚ ਜਿਵੇਂ ਅੱਗ ਹੀ ਭੜਕ ਗਈ। ਪਹਿਲਾਂ ਤਾਂ ਮੈਂ ਉਸ ਨੂੰ ਸਿਰਫ ਡਰਾਇਆ ਸੀ, ਪਰ ਹੁਣ ਕਸਮ ਖਾ ਲਈ ਸੀ ਕਿ ਜੋ ਮਰਜ਼ੀ ਹੋ ਜਾਵੇ ਪਾਪਾ ਨੂੰ ਜ਼ਰੂਰ ਸ਼ਿਕਾਇਤ ਕਰਾਂਗੀ। ਸ਼ਾਮ ਨੂੰ ਪਾਪਾ ਘਰ ਆਏ ਤਾਂ ਮੇਰਾ ਮੂੰਹ ਸੁੱਜਿਆ ਹੋਇਆ ਸੀ ਅਤੇ ਅੱਖਾਂ ਲਾਲ ਹੋ ਰਹੀਆਂ ਸਨ। ਉਹਨਾਂ ਨੇ ਪਿਆਰ ਨਾਲ ਪੁੱਛਿਆ, ਮੇਰੀ ਧੀ ਨੂੰ ਕੀ ਹੋਇਆ ਹੈ, ਅੱਖਾਂ ਕਿਉਂ ਸੁੱਜੀਆਂ ਹੋਈਆਂ ਹਨ? ਮੈਂ ਤਾਂ ਬਸ ਰੋ ਪਈ ਅਤੇ ਜਜ਼ਬਾਤ ਵਿੱਚ ਆ ਕੇ ਪਾਪਾ ਨੂੰ ਦੱਸ ਦਿੱਤਾ ਕਿ ਦੀਦੀ ਰੋਜ਼ ਰਾਹੁਲ ਨੂੰ ਬੁਲਾ ਕੇ ਕਮਰੇ ਵਿੱਚ ਬਿਠਾ ਲੈਂਦੀ ਹੈ ਅਤੇ ਉਸ ਨੂੰ ਗਰਮ-ਗਰਮ ਖਾਣਾ ਖਿਲਾਉਂਦੀ ਹੈ। ਮੈਂ ਤਾਂ ਸਕੂਲ ਗਈ ਹੁੰਦੀ ਹਾਂ, ਜਦ ਆਉਂਦੀ ਹਾਂ ਇਹ ਘਰ ਵਿੱਚ ਹੀ ਮੌਜੂਦ ਹੁੰਦਾ ਹੈ। ਇਹ ਗੱਲ ਮੈਨੂੰ ਚੰਗੀ ਨਹੀਂ ਲੱਗਦੀ। ਹੁਣ ਰਾਹੁਲ ਜਾਏਗਾ ਜਾਂ ਫਿਰ ਮੈਂ ਇਸ ਘਰ ਵਿੱਚ ਨਹੀਂ ਰਹਾਂਗੀ। ਕਹਿਣ ਨੂੰ ਤਾਂ ਮੈਂ ਸਭ ਕੁਝ ਕਹਿ ਗਈ, ਪਰ ਮੈਂ ਇੱਕ ਵਾਰ ਵੀ ਪਾਪਾ ਵੱਲ ਨਹੀਂ ਦੇਖਿਆ। ਉਹ ਤਾਂ ਬਸ ਹੈਰਾਨ ਹੀ ਰਹਿ ਗਏ। ਉਹ ਉਸੇ ਸਮੇਂ ਘਰ ਤੋਂ ਨਿਕਲ ਕੇ ਗੋਦਾਮ ਵੱਲ ਗਏ ਅਤੇ ਰਾਹੁਲ ਨੂੰ ਕਿਹਾ ਕਿ 1 ਮਿੰਟ ਵਿੱਚ ਇੱਥੋਂ ਦਫਾ ਹੋ ਜਾ ਤੇ ਫਿਰ ਕਦੇ ਵੀ ਆਪਣੀ ਸ਼ਕਲ ਮੈਨੂੰ ਨਾ ਦਿਖਾਈ। ਜਿਸ ਥਾਲੀ ਵਿੱਚ ਖਾਇਆ ਉਸੇ ਵਿੱਚ ਛੇਦ ਕੀਤਾ। ਪਤਾ ਨਹੀਂ ਉਹਨਾਂ ਨੇ ਕਿਵੇਂ ਆਪਣੇ ਆਪ ਤੇ ਕਾਬੂ ਪਾਇਆ। ਪਾਪਾ ਇੰਨੇ ਗੁੱਸੇ ਵਿੱਚ ਸਨ ਕਿ ਮੈਂ ਖੁਦ ਡਰ ਗਈ ਸੀ, ਕਿਤੇ ਉਹ ਰਾਹੁਲ ਨੂੰ ਮਾਰ ਹੀ ਨਾ ਦੇਣ। ਰਾਹੁਲ ਉਸੇ ਸਮੇਂ ਘਰ ਛੱਡ ਕੇ ਚਲਾ ਗਿਆ। ਹੁਣ ਮੈਂ ਪਛਤਾਉਂਦੀ ਹਾਂ ਕਿ ਜਲਦਬਾਜ਼ੀ ਵਿੱਚ ਪਾਪਾ ਨੂੰ ਦੱਸ ਕੇ ਦੀਦੀ ਨੂੰ ਪਾਪਾ ਦੀਆਂ ਨਜ਼ਰਾਂ ਵਿੱਚ ਗਿਰਾ ਦਿੱਤਾ। ਉਹ ਜਿਹੋ ਜਿਹੀ ਵੀ ਸੀ, ਮੈਨੂੰ ਤਾਂ ਪਿਆਰ ਕਰਦੀ ਸੀ, ਮੇਰੀ ਦੇਖਭਾਲ ਕਰਦੀ, ਮੇਰੇ ਸਾਰੇ ਕੰਮ ਕਰਦੀ। ਉਹਨਾਂ ਨੇ ਆਪਣੀ ਪੜ੍ਹਾਈ ਮੇਰੇ ਕਰਕੇ ਛੱਡੀ, ਇੰਨੀ ਕੁਰਬਾਨੀ ਦਿੱਤੀ ਤਾਂ ਜੋ ਪਾਪਾ ਕਿਤੇ ਦੂਸਰਾ ਵਿਆਹ ਕਰਕੇ ਸੌਤੇਲੀ ਮਾਂ ਨਾਲ ਲੈ ਆਉਣ। ਹੁਣ ਬੁਰੇ ਦਿਨਾਂ ਨੇ ਮੈਨੂੰ ਘੇਰ ਲਿਆ ਸੀ। ਪਾਪਾ ਦਾ ਵੱਸ ਨਾ ਚੱਲਿਆ, ਨਹੀਂ ਤਾਂ ਉਹ ਦੀਦੀ ਨੂੰ ਨਹਿਰ ਵਿੱਚ ਧੱਕਾ ਦੇ ਦਿੰਦੇ ਅਤੇ ਦੀਦੀ ਉੱਠਦੇ ਬੈਠਦੇ ਮੈਨੂੰ ਕੋਸਦੀ ਰਹਿੰਦੀ ਸੀ ਕਿ ਭੈਣ ਹੈ ਜਾਂ ਚੁੜੈਲ, ਮੇਰੇ ਤੋਂ ਮੇਰਾ ਪਿਆਰ ਖੋਹ ਲਿਆ। ਮੈਂ ਤਾਂ ਹਰ ਵੇਲੇ ਤੇਰੇ ਤੋਂ ਕੁਰਬਾਨ ਜਾਂਦੀ ਸੀ। ਤੂੰ ਮੇਰੇ ਪਿਆਰ ਦਾ ਇਹ ਫਲ ਦਿੱਤਾ, ਮੈਨੂੰ ਪਾਪਾ ਦੀਆਂ ਨਜ਼ਰਾਂ ਵਿੱਚ ਗਿਰਾ ਦਿੱਤਾ। ਮੈਂ ਤੇਰੇ ਤੋਂ ਇਸ ਦਾ ਬਦਲਾ ਜ਼ਰੂਰ ਲਵਾਂਗੀ। ਮੈਂ ਰਾਹੁਲ ਨਾਲ ਸਿਰਫ ਗੱਲਾਂ ਹੀ ਤਾਂ ਕਰਦੀ ਸੀ ਨਾ, ਕਦੇ ਕੋਈ ਗਲਤ ਹਰਕਤ ਕਰਦੇ ਤਾਂ ਨਹੀਂ ਦੇਖਿਆ ਸੀ। ਫਿਰ ਇੰਨੀ ਜਿਹੀ ਗੱਲ ਨੂੰ ਵਧਾ ਚੜ੍ਹਾ ਕੇ ਪਾਪਾ ਦੇ ਕੰਨ ਕਿਉਂ ਭਰੇ? ਮੈਂ ਵੀ ਇਨਸਾਨ ਹਾਂ, ਕਿਤੇ ਆਉਂਦੀ ਜਾਂਦੀ ਵੀ ਨਹੀਂ, ਹਰ ਸਮੇਂ ਤੁਹਾਡੀ ਸੇਵਾ ਵਿੱਚ ਲੱਗੀ ਰਹਿੰਦੀ ਹਾਂ। ਇਕੱਲੇਪਣ ਤੋਂ ਅੱਕ ਕੇ ਰਾਹੁਲ ਨਾਲ 2 ਗੱਲਾਂ ਕਰਨਾ ਕੀ ਇੰਨਾ ਵੱਡਾ ਪਾਪ ਸੀ? ਤੂੰ ਉਸ ਅਨਾਥ ਤੋਂ ਸਿਰ ਦੀ ਛੱਤ ਵੀ ਖੋਹ ਲਈ। ਹੁਣ ਉਹ ਪਤਾ ਨਹੀਂ ਕਿੱਥੇ ਭਟਕਦਾ ਫਿਰਦਾ ਹੋਵੇਗਾ।
ਤੈਨੂੰ ਉਸਦੀ ਬਦਦੁਆ ਲੱਗੇਗੀ, ਤੇਰਾ ਵੀ ਬੁਰਾ ਹਾਲ ਹੋਵੇਗਾ, ਤੂੰ ਵੀ ਇਸੇ ਤਰ੍ਹਾਂ ਦਰ-ਦਰ ਭਟਕੇਂਗੀ। ਇਹ ਜ਼ੁਲਮ ਤੈਨੂੰ ਬਹੁਤ ਮਹਿੰਗਾ ਪਏਗਾ ਜੋ ਤੂੰ ਇਸ ਨਾਲ ਕੀਤਾ ਹੈ। ਜਿਵੇਂ ਜਿਵੇਂ ਉਹ ਮੈਨੂੰ ਕੋਸਦੀ ਰਹਿੰਦੀ, ਮੈਂ ਦਿਨ ਭਰ ਪਰੇਸ਼ਾਨ ਰਹਿੰਦੀ। ਰਾਹੁਲ ਤਾਂ ਫਿਰ ਮੁੜ ਕੇ ਨਹੀਂ ਆਇਆ, ਨਾ ਉਸਦਾ ਕੁਝ ਅਤਾ ਪਤਾ ਮਿਲਿਆ। ਮੈਂ ਰੋਂਦੇ ਪਿੱਟਦੇ BA ਕਰ ਲਈ। ਉਹਨਾਂ ਦਿਨਾਂ ਵਿੱਚ ਹੀ ਮੇਰੇ ਲਈ ਇੱਕ ਚੰਗਾ ਰਿਸ਼ਤਾ ਆ ਗਿਆ। ਪਾਪਾ ਨੇ ਝਟਪਟ ਮੇਰਾ ਵਿਆਹ ਕਰ ਦਿੱਤਾ। ਦੀਦੀ ਵੀ ਵਿਚਾਰੀ ਹਲੇ ਵੀ ਬਲੀ ਦਾ ਬੱਕਰਾ ਬਣੀ ਹੋਈ ਸੀ। ਮੈਂ ਦੀਦੀ ਤੋਂ ਜ਼ਿਆਦਾ ਸੋਹਣੀ ਸੀ, ਇਸ ਲਈ ਮੁੰਡੇ ਦੇ ਮਾਂ-ਬਾਪ ਨੇ ਮੈਨੂੰ ਹੀ ਪਸੰਦ ਕੀਤਾ ਸੀ। ਕੁਝ ਰਿਸ਼ਤੇਦਾਰਾਂ ਨੇ ਮੇਰੇ ਪਾਪਾ ਨੂੰ ਸਲਾਹ ਦਿੱਤੀ ਕਿ ਹੁਣ ਤੁਸੀਂ ਦੂਜਾ ਵਿਆਹ ਕਰ ਲਓ ਤਾਂ ਕਿ ਘਰ ਸਾਂਭਣ ਵਾਲੀ ਆ ਜਾਵੇ, ਫਿਰ ਤੁਸੀਂ ਆਪਣੀ ਵੱਡੀ ਕੁੜੀ ਦਾ ਵੀ ਵਿਆਹ ਕਰ ਦਿਓ। ਪਾਪਾ ਵੀ ਚਾਹੁੰਦੇ ਸੀ ਕਿ ਦੀਦੀ ਦਾ ਵਿਆਹ ਹੋ ਜਾਵੇ, ਪਰ ਕੋਈ ਚੰਗਾ ਰਿਸ਼ਤਾ ਨਹੀਂ ਮਿਲ ਰਿਹਾ ਸੀ। ਉਹ ਇਸੇ ਕੋਸ਼ਿਸ਼ ਵਿੱਚ ਸੀ ਕਿ ਇਸ ਧੀ ਦੇ ਫਰਜ਼ ਤੋਂ ਵੀ ਆਜ਼ਾਦ ਹੋ ਜਾਣ ਅਤੇ ਆਪਣੇ ਵਿਆਹ ਬਾਰੇ ਵੀ ਸੋਚਣ। ਇਨਸਾਨ ਸੋਚਦਾ ਕੀ ਹੈ ਅਤੇ ਹੁੰਦਾ ਕੀ ਹੈ। ਪਾਪਾ ਨੂੰ ਕਿਸੇ ਨੇ ਦੀਦੀ ਦੇ ਲਈ ਰਿਸ਼ਤਾ ਦੱਸਿਆ ਅਤੇ ਜਿਸ ਦਿਨ ਉਹ ਮੁੰਡਾ ਦੇਖਣ ਲਈ ਜਾ ਰਹੇ ਸਨ ਤਾਂ ਇੱਕ ਟਰੱਕ ਨਾਲ ਉਹਨਾਂ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਅਤੇ ਪਾਪਾ ਮੌਕੇ 'ਤੇ ਹੀ ਦਮ ਤੋੜ ਗਏ ਅਤੇ ਤਕਦੀਰ ਨੇ ਸਾਨੂੰ ਇੱਕ ਹੋਰ ਜ਼ਖਮ ਦੇ ਦਿੱਤਾ। ਮੈਂ ਤਾਂ ਆਪਣੇ ਘਰ ਵਿੱਚ ਖੁਸ਼ੀ ਸੀ, ਪਰ ਹੁਣ ਬੜੀ ਸਮੱਸਿਆ ਮੇਰੀ ਦੀਦੀ ਦੀ ਸੀ। ਮੇਰੇ ਪਤੀ ਬਹੁਤ ਚੰਗੇ ਇਨਸਾਨ ਸਨ। ਉਹ ਮੈਨੂੰ ਬਹੁਤ ਪਿਆਰ ਕਰਦੇ ਸਨ। ਜਦ ਮੈਂ ਉਹਨਾਂ ਨੂੰ ਆਪਣੀ ਭੈਣ ਦੀ ਮਜਬੂਰੀ ਦੱਸੀ ਤਾਂ ਉਹ ਬੋਲੇ, ਆਪਣੀ ਭੈਣ ਨੂੰ ਇੱਥੇ ਲਿਆ। ਮੈਂ ਕਿਹਾ ਕਿ ਅਜਿਹਾ ਕਰਨਾ ਠੀਕ ਨਹੀਂ ਹੋਵੇਗਾ, ਘਰ ਨੂੰ ਜਿੰਦਾ ਲੱਗ ਜਾਵੇਗਾ। ਚੰਗਾ ਇਹ ਹੀ ਹੋਵੇਗਾ ਕਿ ਅਸੀਂ ਹੀ ਕੁਝ ਦਿਨਾਂ ਲਈ ਦੀਦੀ ਕੋਲ ਜਾ ਕੇ ਰਹਿ ਲੈਂਦੇ ਹਾਂ, ਜਦ ਤੱਕ ਕੋਈ ਚੰਗਾ ਰਿਸ਼ਤਾ ਦੀਦੀ ਲਈ ਨਹੀਂ ਮਿਲ ਜਾਂਦਾ ਜੋ ਘਰ ਜਮਾਈ ਬਣ ਕੇ ਰਹਿਣ ਲਈ ਤਿਆਰ ਹੋਵੇ। ਮੇਰੇ ਪਤੀ ਨੇ ਮੇਰੀ ਗੱਲ ਮੰਨ ਲਈ ਅਤੇ ਅਸੀਂ ਆਪਣੇ ਘਰ ਤੋਂ ਪਾਪਾ ਦੇ ਘਰ ਚਲੇ ਗਏ। ਪਾਪਾ ਨੇ ਸਭ ਕੁਝ ਦੀਦੀ ਦੇ ਨਾਂ ਕਰਿਆ ਹੋਇਆ ਸੀ, ਇਸ ਲਈ ਉਹਨਾਂ ਨੂੰ ਖਰਚੇ ਦੀ ਕੋਈ ਪਰੇਸ਼ਾਨੀ ਨਹੀਂ ਸੀ, ਪਰ ਉਹਨਾਂ ਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਸੀ। ਸਾਡੇ ਆਉਣ ਕਰਕੇ ਦੀਦੀ ਹੁਣ ਖੁਸ਼ ਸੀ, ਕਿਉਂਕਿ ਹੁਣ ਉਹਨਾਂ ਨੂੰ ਡਰ ਨਹੀਂ ਲੱਗਦਾ ਸੀ। ਪਾਪਾ ਦੇ ਘਰ ਆ ਕੇ ਮੈਂ ਕੁਝ ਬੇਆਰਾਮ ਜ਼ਰੂਰ ਹੋਈ ਸੀ, ਕਿਉਂਕਿ ਮੇਰੇ ਸਹੁਰਿਆਂ ਦਾ ਘਰ ਬਹੁਤ ਵੱਡਾ ਸੀ। ਉੱਥੇ ਹਰ ਸੁਵਿਧਾ ਸੀ, ਨੌਕਰ ਚਾਕਰ ਸੀ। ਮੇਰੇ ਪਤੀ ਮੈਨੂੰ ਬਹੁਤ ਪਿਆਰ ਕਰਦੇ ਸੀ। ਦੀਦੀ ਲਈ ਹਲੇ ਤੱਕ ਕੋਈ ਚੰਗਾ ਰਿਸ਼ਤਾ ਨਹੀਂ ਆਇਆ ਸੀ। ਮੈਂ ਜਿੱਦ ਕਰਕੇ ਦੀਦੀ ਨੂੰ ਕਿਹਾ, ਹੁਣ ਤੁਸੀਂ ਸਾਡੇ ਘਰ ਚੱਲ ਕੇ ਰਹੋ, ਅਸੀਂ ਬਹੁਤ ਦਿਨ ਤੁਹਾਡੇ ਨਾਲ ਰਹਿ ਲਏ ਹਾਂ। ਮੇਰਾ ਇੱਕ ਹੀ ਮਕਸਦ ਸੀ ਕਿ ਉਹ ਮੇਰੇ ਮਹਿਲ ਵਰਗੇ ਘਰ ਵਿੱਚ ਰਹੇ, ਕਿਉਂਕਿ ਸਾਡੇ ਸਟੇਟਸ ਦੇ ਮੁਤਾਬਕ ਕੋਈ ਚੰਗਾ ਰਿਸ਼ਤਾ ਆ ਜਾਵੇਗਾ। ਦੀਦੀ ਸਾਡੇ ਨਾਲ ਸਾਡੇ ਘਰ ਵਿੱਚ ਰਹਿਣ ਲੱਗੀ। ਸਾਡੇ ਨਾਲ ਰਹਿੰਦੇ ਹੋਏ ਉਹਨਾਂ ਨੂੰ ਅਹਿਸਾਸ ਹੋਇਆ ਕਿ ਮੈਨੂੰ ਤਾਂ ਦੁਨੀਆ ਦੀ ਦੌਲਤ ਮਿਲ ਗਈ ਹੈ, ਪਤੀ ਦਾ ਪਿਆਰ ਅਤੇ ਹਰ ਤਰ੍ਹਾਂ ਦਾ ਐਸ਼ੋ ਆਰਾਮ। ਮੇਰੇ ਪਤੀ ਦੀ ਮੁਹੱਬਤ ਮੇਰੇ ਲਈ ਬਹੁਤ ਵੱਡੀ ਦੌਲਤ ਸੀ, ਜਿਸ ਨੇ ਮੇਰੇ ਘਰ ਨੂੰ ਸਵਰਗ ਬਣਾ ਦਿੱਤਾ ਸੀ। ਦੀਦੀ ਦਿਲ ਹੀ ਦਿਲ ਵਿੱਚ ਮੇਰੇ ਤੋਂ ਜਲਣ ਲੱਗੀ ਅਤੇ ਮੇਰੇ ਤੋਂ ਨਫ਼ਰਤ ਕਰਨ ਲੱਗੀ। ਕਾਰ, ਬੰਗਲਾ, ਜੇਵਰ ਸਭ ਕੁਝ ਮੇਰੇ ਕੋਲ ਸੀ। ਮੈਂ ਰਾਜਕੁਮਾਰੀਆਂ ਦੀ ਤਰ੍ਹਾਂ ਰਹਿੰਦੀ ਸੀ। ਨੌਕਰ ਚਾਕਰ ਮੇਰੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਸਨ। ਪਰਮਾਤਮਾ ਨੇ ਮੈਨੂੰ 2 ਮੁੰਡੇ ਵੀ ਦੇ ਦਿੱਤੇ, ਪਰ ਮੇਰੀ ਭੈਣ ਦੀ ਕਿਸਮਤ ਦੇ ਫੁੱਲ ਨਾ ਖਿਲੇ। ਕਈ ਵਾਰ ਰਿਸ਼ਤੇ ਦੀ ਗੱਲ ਚੱਲੀ, ਪਰ ਸਿਰੇ ਨਾ ਚੜ੍ਹੀ। ਹੁਣ ਦੀਦੀ ਦੇ ਵਿਆਹ ਦੀ ਉਮਰ ਵੀ ਨਿਕਲੀ ਜਾ ਰਹੀ ਸੀ। ਉਹੀ ਹੋਇਆ ਜਿਸ ਦਾ ਡਰ ਸੀ। ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਉਹਨਾਂ ਦਾ ਰਿਸ਼ਤਾ ਨਾ ਹੋ ਸਕਿਆ। ਉਹਨਾਂ ਦੇ ਵਿਆਹ ਦੀ ਉਮਰ ਨਿਕਲ ਗਈ। ਮੈਂ ਤਾਂ ਆਪਣੇ ਬੱਚਿਆਂ ਦੇ ਲਾਡ ਪਿਆਰ ਵਿੱਚ ਗੁੰਮ ਸੀ, ਪਰ ਮੇਰੇ ਤੋਂ ਕਈ ਸਾਲ ਵੱਡੀ ਮੇਰੀ ਭੈਣ ਇਕੱਲੇਪਣ ਦੀ ਅੱਗ ਵਿੱਚ ਝੁਲਸ ਰਹੀ ਸੀ। ਮੈਨੂੰ ਮਹਿਸੂਸ ਹੋਣ ਲੱਗਿਆ ਕਿ ਜਦੋਂ ਮੈਂ ਆਪਣੇ ਪਤੀ ਦੇ ਨੇੜੇ ਹੁੰਦੀ ਹਾਂ ਜਾਂ ਅਸੀਂ ਪਿਆਰ ਮੁਹੱਬਤ ਨਾਲ ਗੱਲ ਕਰ ਰਹੇ ਹੁੰਦੇ ਹਾਂ ਤਾਂ ਦੀਦੀ ਸਾਨੂੰ ਦੇਖ ਕੇ ਠੰਡੇ ਸਾਹ ਭਰਦੀ ਹੈ ਅਤੇ ਉਹਨਾਂ ਦੇ ਚਿਹਰੇ ਦਾ ਰੰਗ ਵੀ ਬਦਲ ਜਾਂਦਾ ਹੈ। ਮੈਂ ਇਹ ਵੀ ਨੋਟ ਕਰਨ ਲੱਗੀ ਕਿ ਜਦੋਂ ਅਸੀਂ ਕਮਰੇ ਵਿੱਚ ਇਕੱਲੇ ਬੈਠੇ ਹੁੰਦੇ ਹਾਂ ਤਾਂ ਦੀਦੀ ਚੋਰੀ-ਚੋਰੀ ਸਾਡੇ ਕਮਰੇ ਵਿੱਚ ਝਾਕਦੀ ਹੈ ਅਤੇ ਬਾਰ-ਬਾਰ ਸਾਡੇ ਕਮਰੇ ਦੇ ਚੱਕਰ ਲਗਾਉਂਦੀ ਰਹਿੰਦੀ ਹੈ। ਹੁਣ ਮੈਨੂੰ ਦੀਦੀ ਦੀ ਜ਼ਿਆਦਾ ਫਿਕਰ ਹੋਣ ਲੱਗ ਗਈ। ਮੈਂ ਉਹਨਾਂ ਨੂੰ ਖੁਸ਼ ਦੇਖਣ ਦੀ ਖਾਤਰ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਬੱਚਿਆਂ ਅਤੇ ਦੀਦੀ ਨੂੰ ਬਾਹਰ ਘੁਮਾਉਣ ਲਈ ਲੈ ਜਾਇਆ ਕਰੋ। ਮੈਂ ਤੀਸਰੀ ਵਾਰ ਪ੍ਰੈਗਨੈਂਟ ਸੀ, ਇਸ ਕਰਕੇ ਮੇਰੀ ਤਬੀਅਤ ਖਰਾਬ ਰਹਿੰਦੀ ਸੀ ਅਤੇ ਘਰ ਤੋਂ ਬਾਹਰ ਨਿਕਲਣਾ ਮੇਰੇ ਲਈ ਮੁਸ਼ਕਿਲ ਹੋ ਰਿਹਾ ਸੀ। ਗਰਮੀ ਦੀਆਂ ਛੁੱਟੀਆਂ ਸਨ। ਮੈਂ ਆਪਣੇ ਪਤੀ ਨੂੰ ਮਜਬੂਰ ਕੀਤਾ ਕਿ ਬੱਚਿਆਂ ਨੂੰ ਬਾਹਰ ਪਾਰਕ ਵਿੱਚ ਘੁਮਾ ਲਿਆਇਆ ਕਰੋ। ਮੈਂ ਨਹੀਂ ਜਾ ਸਕਦੀ, ਦੀਦੀ ਨੂੰ ਲੈ ਜਾਓ। ਉਹਨਾਂ ਨੇ ਕਿਹਾ ਕਿ ਤੇਰੇ ਬਗੈਰ ਕੀ ਮਜ਼ਾ ਆਵੇਗਾ। ਮੈਂ ਨਹੀਂ ਮੰਨੀ। ਅਸਲ ਵਿੱਚ ਮੈਂ ਦੀਦੀ ਨੂੰ ਖੁਸ਼ ਦੇਖਣਾ ਚਾਹੁੰਦੀ ਸੀ, ਕਿਉਂਕਿ ਉਹ ਬੂਝੀ ਅਤੇ ਉਦਾਸ ਰਹਿੰਦੀ ਸੀ। ਬਸ ਉਸੇ ਦਿਨ ਤੋਂ ਮੇਰੀ ਖੁਸ਼ੀਆਂ ਨੇ ਮੇਰੇ ਤੋਂ ਮੂੰਹ ਮੋੜ ਲਿਆ ਅਤੇ ਮੇਰੀ ਬਰਬਾਦੀ ਸ਼ੁਰੂ ਹੋਈ। ਅਤੇ ਫਿਰ ਵਾਪਸੀ ਵੇਲੇ ਮੇਰੇ ਭੈਣ ਦਾ ਮੂਡ ਅਤੇ ਮਿਜਾਜ ਸਭ ਕੁਝ ਬਦਲਿਆ ਸੀ ਅਤੇ ਅੱਜ ਮੇਰੇ ਪਤੀ ਦੀਆਂ ਨਜ਼ਰਾਂ ਵੀ ਬਦਲੀਆਂ ਸਨ। ਕਾਰਨ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਸੀ, ਕਿਉਂਕਿ ਇਸ ਰਿਸ਼ਤੇ ਨੂੰ
ਮੈਂ ਸਭ ਤੋਂ ਪਵਿੱਤਰ ਸਮਝਦੀ ਸੀ, ਜੋ ਮੇਰੀ ਭੈਣ ਅਤੇ ਮੇਰੇ ਪਤੀ ਦੇ ਵਿੱਚ ਸੀ। ਇੰਨਾ ਪਿਆਰ ਕਰਨ ਵਾਲਾ ਪਤੀ, ਜਿਸ ਉੱਪਰ ਇੱਕ ਪਤਨੀ ਪੂਰਾ ਭਰੋਸਾ ਕਰਦੀ ਸੀ, ਜਦ ਕਿ ਦੀਦੀ ਨੇ ਤਾਂ ਮੈਨੂੰ ਬਹੁਤ ਪਿਆਰ ਦਿੱਤਾ ਸੀ। ਪਰ ਅੱਜ ਦੋਵੇਂ ਹੀ ਮੇਰੇ ਨਾਲ ਨਜ਼ਰਾਂ ਮਿਲਾਉਂਦੇ ਹੋਏ ਸ਼ਰਮਾ ਰਹੇ ਸਨ। ਮੈਂ ਹੈਰਾਨ ਅਤੇ ਖਾਮੋਸ਼ ਸੀ। ਮੈਂ ਧੀਰਜ ਨਾਲ ਕੰਮ ਲਿਆ ਅਤੇ ਆਪਣੇ ਆਪ ਨੂੰ ਸਮਝਾਇਆ, ਸਕੀ ਭੈਣ 'ਤੇ ਸ਼ੱਕ ਕਰਨਾ ਠੀਕ ਨਹੀਂ ਹੈ। ਮੈਂ ਫਿਰ ਰੋਜ਼ ਦੀ ਤਰ੍ਹਾਂ ਕੰਮਾਂ ਵਿੱਚ ਲੱਗ ਗਈ, ਪਰ ਦੀਦੀ ਦੇ ਬਦਲੇ ਹੋਏ ਰੰਗ ਢੰਗ ਦੇਖ ਕੇ ਦਿਲ ਨੂੰ ਅਜੀਬ ਜਿਹਾ ਲੱਗਾ। ਤੀਜੇ ਬੱਚੇ ਦੀ ਡਿਲੀਵਰੀ ਵੇਲੇ ਮੈਂ ਹਸਪਤਾਲ ਸੀ। ਜਦ ਘਰ ਵਾਪਸ ਆਈ ਤਾਂ ਇਹ ਘਰ ਮੇਰਾ ਨਹੀਂ ਰਿਹਾ ਸੀ। ਮੇਰੇ ਪਤੀ ਨੇ ਮੇਰੇ ਤੋਂ ਮਾਫ਼ੀ ਮੰਗੀ ਅਤੇ ਕਿਹਾ, ਇਸ ਵਿੱਚ ਤੇਰੀ ਭੈਣ ਦਾ ਹੀ ਕਸੂਰ ਹੈ। ਤੇਰੀ ਭੈਣ ਖੁਦ ਹੀ ਮੇਰੇ ਕਰੀਬ ਆਈ ਸੀ। ਮੈਂ ਕਦੇ ਅਜਿਹਾ ਸੋਚ ਵੀ ਨਹੀਂ ਸਕਦਾ, ਪਰ ਹੁਣ ਜੋ ਹੋ ਚੁੱਕਿਆ ਹੈ ਉਸ ਨੂੰ ਦੱਸੇ ਬਗੈਰ ਮੇਰਾ ਬੋਝ ਹਲਕਾ ਨਹੀਂ ਹੋਵੇਗਾ। ਆਪਣੀ ਭੈਣ ਨੂੰ ਹੀ ਪੁੱਛ ਲੈ ਜੋ ਪੁੱਛਣਾ ਹੈ। ਉਹਨਾਂ ਨੇ ਜੋ ਕਿਹਾ ਮੈਂ ਸੁਣ ਕੇ ਸੁੰਨ ਰਹਿ ਗਈ। ਇਹ ਕਹਿ ਕੇ ਮੇਰਾ ਪਤੀ ਉੱਥੋਂ ਚਲਾ ਗਿਆ। ਮੈਂ ਝਪਟ ਕੇ ਆਪਣੀ ਭੈਣ ਦਾ ਗਲਾ ਫੜ ਲਿਆ। ਤੂੰ ਮੇਰੇ ਨਾਲ ਅਜਿਹਾ ਕਿਉਂ ਕੀਤਾ? ਤੈਨੂੰ ਬਦਲਾ ਲੈਣ ਦਾ ਇਹੀ ਰਸਤਾ ਮਿਲਿਆ ਸੀ? ਅਤੇ ਫਿਰ ਮੇਰੀ ਭੈਣ ਵੀ ਮੇਰੇ ਉੱਤੇ ਭੜਕ ਗਈ। ਬਹੁਤ ਦਰਦ ਹੋ ਰਿਹਾ ਹੈ ਨਾ ਆਪਣੇ ਪਤੀ ਤੋਂ ਅਲੱਗ ਹੋਣ ਦਾ? ਤੂੰ ਤਾਂ ਮੈਨੂੰ ਡਬਲ ਦਰਦ ਦਿੱਤਾ ਸੀ। ਇੱਕ ਤਾਂ ਮੈਨੂੰ ਰਾਹੁਲ ਤੋਂ ਅਲੱਗ ਕੀਤਾ, ਦੂਜਾ ਪਾਪਾ ਦੀਆਂ ਨਜ਼ਰਾਂ ਵਿੱਚ ਗਿਰਾਇਆ ਸੀ। ਪਰ ਹੁਣ ਕੀ ਕਰਦੀ? ਗਲਤੀ ਤਾਂ ਮੇਰੀ ਹੀ ਸੀ। ਕਦੇ ਆਪਣੀ ਭੈਣ ਵੱਲ ਦੇਖਦੀ ਤੇ ਕਦੇ ਆਪਣੇ ਬੱਚਿਆਂ ਵੱਲ। ਦੁੱਖ ਤਾਂ ਇਸ ਗੱਲ ਦਾ ਸੀ, ਦੀਦੀ ਨੂੰ ਆਪਣੇ ਕੀਤੇ ਤੇ ਕੋਈ ਸ਼ਰਮਿੰਦਗੀ ਨਹੀਂ ਸੀ। ਦਿਲ ਤੋਂ ਬਸ ਬਦਦੁਆਵਾਂ ਹੀ ਨਿਕਲ ਰਹੀਆਂ ਸਨ। ਫਿਰ ਮੈਨੂੰ ਉਹੀ ਦਿਨ ਯਾਦ ਆਉਣ ਲੱਗੇ ਜਦ ਦੀਦੀ ਰਾਹੁਲ ਲਈ ਤੜਫਦੀ ਸੀ। ਮੈਂ ਇਹ ਸੋਚ ਕੇ ਰੋਂਦੀ ਜਾ ਰਹੀ ਸੀ ਕਿ ਆਖਿਰ ਦੀਦੀ ਨੇ ਆਪਣਾ ਬਦਲਾ ਲੈ ਹੀ ਲਿੱਤਾ। ਹੁਣ ਮੈਂ ਸੋਚ ਲਿਆ ਸੀ ਕਿ ਮੈਂ ਇਸ ਘਰ ਵਿੱਚ ਨਹੀਂ ਰਹਾਂਗੀ। ਹੁਣ ਮੇਰਾ ਆਪਣੇ ਪਤੀ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਸੀ, ਕਿਉਂਕਿ ਸਾਡਾ ਤਲਾਕ ਹੋ ਚੁੱਕਾ ਸੀ। ਮੈਨੂੰ ਉਹਨਾਂ ਦਾ ਘਰ ਛੱਡਣਾ ਹੀ ਪਿਆ ਅਤੇ ਮੈਂ ਆਪਣੇ ਪਾਪਾ ਦੇ ਘਰ ਆ ਗਈ, ਜੋ ਸਾਲਾਂ ਤੋਂ ਬੰਦ ਪਿਆ ਸੀ। ਅਤੇ ਦੀਦੀ ਨੇ ਵਿਆਹ ਕਰਕੇ ਮੇਰਾ ਘਰ ਸੰਭਾਲ ਲਿਆ। ਮੇਰੇ ਸਵਰਗ ਦੀ ਹੱਕਦਾਰ ਬਣ ਗਈ। ਉਹਨਾਂ ਨੂੰ ਮੇਰੇ ਬਰਬਾਦ ਹੋਣ ਦਾ ਪੂਰਾ ਵੀ ਦੁੱਖ ਨਹੀਂ ਸੀ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ? ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਣ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।